ਲਓ ਜੀ, ਪੇਸ਼ ਹੈ ਜਲੰਧਰ ਬਾਈਪਾਸ ਦੀ ਕਹਾਣੀ ਬਰਸਾਤ ਐਪੀਸੋਡ 5। ਹੁਣ ਤੱਕ ਤੁਸੀਂ ਸੁਣਿਆ ਕਿ ਦਿਲਰਾਜ ਇੱਕ ਸੇਠ ਸੇਠਾਣੀ ਜੋ ਗੁਜਰਾਤ ਤੋਂ ਪੰਜਾਬ ਘੁੰਮਣ ਆਏ ਹਨ, ਉਹਨਾਂ ਨੂੰ ਆਪਣੀ ਟੈਕਸੀ 'ਚ ਪੰਜਾਬ ਘੁਮਾ ਕੇ ਚੰਡੀਗੜ੍ਹ ਛੱਡਦਾ ਹੈ। ਉਹਨਾਂ ਦੀ ਕੁੜੀ ਗੀਤਾ, ਜੋ ਅੱਜ ਅੰਮ੍ਰਿਤਸਰ ਏਅਰਪੋਰਟ 'ਤੇ ਉਤਰੀ ਹੈ, ਉਸ ਨੂੰ ਇਕੱਲਾ ਲੈਣ ਜਾਂਦਾ ਹੈ। ਕਾਫੀ ਬਾਰਿਸ਼ ਦੇ ਵਿੱਚ ਰਾਤ ਨੂੰ ਉਹ ਅੰਮ੍ਰਿਤਸਰ ਤੋਂ ਚੰਡੀਗੜ੍ਹ ਦੇ ਲਈ ਚੱਲਦੇ ਹਨ। ਦੋਨਾਂ ਵਿੱਚ ਦੋਸਤੀ ਹੁੰਦੀ ਹੈ। ਬੰਗਾ ਟੱਪ ਕੇ ਗੱਡੀ ਖਰਾਬ ਹੋ ਜਾਂਦੀ ਹੈ। ਹਾਲਾਤ ਐਸੇ ਬਣਦੇ ਹਨ ਕਿ ਦੋਨਾਂ ਵਿੱਚ ਪਿਆਰ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ। ਇੱਕ ਪਿੰਡ ਦਾ ਮਿਸਤਰੀ ਗੱਡੀ ਠੀਕ ਕਰਦਾ ਹੈ। ਸਫ਼ਰ ਫਿਰ ਸ਼ੁਰੂ ਹੁੰਦਾ ਹੈ। ਹੁਣ ਇਸ ਤੋਂ ਅੱਗੇ ਦਿਲਰਾਜ ਲਈ ਸਰਦਾਰ ਸੱਚੀ ਰੱਬ ਬਣ ਬੋੜਿਆ ਸੀ। ਟਰੈਕਟਰ ਵਾਲੇ ਪਿੰਡ ਨੂੰ ਚੱਲ ਪਏ ਅਤੇ ਦਿਲਰਾਜ ਨੇ ਆਪਣੀ ਮੰਜ਼ਿਲ ਵੱਲ ਗੱਡੀ ਤੋਰ ਲਈ। ਨਵਾਂ ਸ਼ਹਿਰ ਪਹੁੰਚਦਿਆਂ ਤੱਕ ਬਾਰਿਸ਼ ਲਗਭਗ ਖਤਮ ਹੋਣ ਲੱਗੀ ਸੀ, ਪਰ ਚਾਰੇ ਪਾਸੇ ਜਲ ਥਲ ਹੋਇਆ ਪਿਆ ਸੀ। ਇੱਕ ਐਸਟੀਡੀ ਖੁੱਲ੍ਹੀ ਸੀ, ਜਿੱਥੋਂ ਕੁੜੀ ਨੇ ਆਪਣੇ ਪਿਤਾ ਨੂੰ ਹੋਟਲ ਫੋਨ ਕਰਕੇ ਲੇਟ ਹੋਣ ਦਾ ਕਾਰਨ ਦੱਸ ਦਿੱਤਾ। ਹੁਣ ਗੱਡੀ ਆਪਣੀ ਮੰਜ਼ਿਲ ਤੈਅ ਕਰਦੀ ਰੋਪੜ ਟੱਪ ਚੁੱਕੀ ਸੀ। ਅੰਦਰ ਕੁੜੀ ਦੀਆਂ ਦਿਲਰਾਜ ਨਾਲ ਸ਼ਰਾਰਤਾਂ ਲਗਾਤਾਰ ਜਾਰੀ ਸਨ। ਕਦੇ ਕਦੇ ਡੂੰਘੀਆਂ ਗੱਲਾਂ ਵਿੱਚ ਗੁਆਚ ਜਾਂਦੇ। ਦਿਲਰਾਜ ਬਸ ਵਾਰ-ਵਾਰ ਇੱਕ ਹੀ ਗੱਲ ਦੁਹਰਾ ਰਿਹਾ ਸੀ ਕਿ ਕੁੜੀਏ, ਲਾ ਤਾਂ ਲਈਆਂ ਨੇ, ਦੇਖੀ ਕਿਤੇ ਉਮਰਾਂ ਦੇ ਹੰਝੂ ਦੇ ਕੇ ਛੱਡ ਨਾ ਜਾਈਂ। ਕੁੜੀ हर बार विश्वास दिवा रही सी कि मोहब्बत है नाम गम का, शुरू आँखों से होती है, दिया दिल ने जन्म इसको, ख़त्म सांसों से होती है। कुराली टप्पदियाँ कुड़ी ने अचानक फिर सवाल किया, दिलराज, अब चंडीगढ़ कितना दूर है? दिलराज ने हसदियाँ कहा, घबराओ नहीं मैडम जी, बस पहुँचण ही वाले हाँ। एक बार गाड़ी रोकोगे प्लीज़? ਕੁੜੀ ਨੇ ਪਿਆਰ ਭਰੇ ਅੰਦਾਜ਼ ਵਿੱਚ ਕਿਹਾ। ਦਿਲਰਾਜ ਨੇ ਕੁਝ ਸੋਚਿਆ ਤੇ ਫਿਰ ਕਿਹਾ, अच्छा, आगे शहर है छोटा सा, उसके बाद रोकता हूँ। खरड़ टप के दिलराज ने एक सुन्नी जही थां ते गड्डी साइड ते ला लई। कुड़ी ताकी खोल के गड्डी तो बाहर आ गई। घुम के दिलराज वाले पासे आके उसने दिलराज नूं कहा, बाहर आओगे प्लीज़? ਦਿਲਰਾਜ ਨੂੰ ਇੱਕਦਮ ਕੁਝ ਸਮਝ ਨਾ ਆਇਆ। ਉਹ ਗੱਡੀ ਤੋਂ ਬਾਹਰ ਨਿਕਲਿਆ ਤਾਂ ਕੁੜੀ ਨੇ ਬਾਹਾਂ ਫੈਲਾ ਦਿੱਤੀਆਂ। ਉਹ ਝੱਟ ਸਾਰੀ ਗੱਲ ਸਮਝਦਿਆਂ ਧੀਮੀ ਆਵਾਜ਼ ਵਿੱਚ ਬੋਲਿਆ, ਲੈ, ਇਸ ਕੰਮ ਕੇ लिए गाड़ी रुकवाई मैडम जी? ਉਸਨੇ ਕੁੜੀ ਨੂੰ ਕਲਾਵੇ ਵਿੱਚ ਲੈ ਲਿਆ। ਕੁੜੀ ਗੱਲ ਨਾਲ ਲੱਗ ਸਕੂਨ ਜਿਹਾ ਮਹਿਸੂਸ ਕਰਦੀ ਬੋਲੀ, ਹਾਂ ਦਿਲਰਾਜ, ਹਾਂ, ਸ਼ਾਇਦ ਫਿਰ ਜਲਦੀ ਕभी ये मौका मिले ना मिले। ਕਿੰਨੀ ਦੇਰ ਉਹ ਇਸ ਜੰਨਤ ਜਿਹੀ ਮੁਦਰਾ ਵਿੱਚ ਖੜੇ ਰਹੇ। ਦੂਰੋਂ ਆਉਂਦੀ ਕਿਸੇ ਗੱਡੀ ਦੀਆਂ ਲਾਈਟਾਂ ਨੇ ਉਹਨਾਂ ਨੂੰ ਵੱਖ ਕੀਤਾ। ਇੱਕ ਦੂਜੇ ਨੂੰ ਚੁੰਮਦਿਆਂ ਉਹ ਗੱਡੀ ਵਿੱਚ ਬੈਠ ਆਪਣੀ ਮੰਜ਼ਿਲ ਵੱਲ ਵਧਣ ਲੱਗੇ। ਮੋਹਾਲੀ ਟੱਪ ਗੱਡੀ ਚੰਡੀਗੜ੍ਹ ਦੀਆਂ ਸੜਕਾਂ 'ਤੇ ਘੁੰਮਣ ਲੱਗੀ। ਕੁਝ ਹੀ ਪਲਾਂ 'ਚ ਉਹ ਆਪਣੇ ਹੋਟਲ ਪਹੁੰਚ ਗਏ। ਦਿਲਰਾਜ ਨੇ ਉਤਰ ਕੇ ਤਾਕੀ ਖੋਲ ਮੈਡਮ ਨੂੰ ਉਤਾਰਿਆ। ਉਸ ਦਾ ਸਮਾਨ ਚੁੱਕ ਆਪ ਉਸ ਦੇ ਨਾਲ ਹੀ ਤੁਰ ਪਿਆ। ਹੁਣ ਦੋਵੇਂ ਅਣਜਾਣਾ ਜਿਹੀ ਐਕਟਿੰਗ ਕਰਨ ਲੱਗੇ। ਰਿਸੈਪਸ਼ਨ 'ਤੇ ਜਾ ਮਾਤਾ ਪਿਤਾ ਨੂੰ ਖਬਰ ਕੀਤੀ ਗਈ। ਪਲਾਂ ਵਿੱਚ ਉਹ ਆ ਗਏ। ਮਿਲ ਕੇ ਉਹ ਆਪਣੀ ਬੇਟੀ ਗੀਤਾ ਨੂੰ ਆਪਣੇ ਕਮਰੇ ਵਿੱਚ ਲੈ ਗਏ। ਦਿਲਰਾਜ ਲਈ ਵੱਖਰਾ ਕਮਰਾ ਸੀ। ਉਹ ਆਪਣੇ ਕਮਰੇ ਵਿੱਚ ਆ ਅੱਜ ਹੋਈਆਂ ਸਾਰੀਆਂ ਘਟਨਾਵਾਂ ਬਾਰੇ ਸੋਚਣ ਲੱਗਾ। ਕਿਵੇਂ ਇੱਕ ਹੀ ਪਲ ਵਿੱਚ ਗੀਤਾ ਨੇ ਉਸ ਨੂੰ ਨਵੀਂ ਦੁਨੀਆ ਦੇ ਦਿੱਤੀ ਸੀ। ਉਸ ਨੂੰ ਚਾਰੇ ਪਾਸੇ ਰੌਣਕ ਜਿਹੀ ਮਹਿਸੂਸ ਹੋ ਰਹੀ ਸੀ। ਕਮਰੇ ਦੀ ਹਰ ਇੱਕ ਚੀਜ਼ ਉਸ ਨਾਲ ਗੱਲਾਂ ਕਰਦੀ, ਨੱਚਦੀ, ਝੂਮਦੀ ਪ੍ਰਤੀਤ ਹੋ ਰਹੀ ਸੀ। ਅੱਖਾਂ ਵਿੱਚੋਂ ਨੀਂਦ ਪਰ ਲਾ ਕੇ ਉੱਡ ਗਈ ਸੀ। ਅਗਲੀ ਸਵੇਰ ਉਹ ਜਲਦੀ ਨਹਾ ਧੋ ਕੇ ਤਿਆਰ ਹੋ ਗਿਆ। ਅੱਜ ਸ਼ੀਸ਼ੇ ਮੂਹਰੇ ਖੜ ਕੇ ਉਸ ਨੇ ਆਪਣੇ ਆਪ ਨੂੰ ਗੌਰ ਨਾਲ ਤੱਕਿਆ। ਫਿਰ ਉਹ ਜਲਦੀ ਹੀ ਰਿਸੈਪਸ਼ਨ 'ਤੇ ਆ ਕੇ ਸੇਠ ਜੀ ਅਤੇ ਆਪਣੀ ਗੀਤਾ ਦੀ ਉਡੀਕ ਕਰਨ ਲੱਗਾ।
ਪੂਰੇ 1 ਘੰਟੇ ਦੀ ਇੰਤਜ਼ਾਰ ਤੋਂ ਬਾਅਦ ਸੇਠ ਜੀ ਹੋਣੀ ਤਿਆਰ ਹੋ ਕੇ ਆਏ। ਪੌੜੀਆਂ ਉਤਰਦਿਆਂ ਨੂੰ ਦਿਲਰਾਜ ਬੜੀ ਗੌਰ ਨਾਲ ਤੱਕ ਰਿਹਾ ਸੀ। ਸੇਠ ਦੇ ਪਿੱਛੇ ਸੇਠ ਦੀ ਘਰਵਾਲੀ ਅਤੇ ਪਿੱਛੇ ਪਿੱਛੇ ਉਸ ਦੀ ਮੈਡਮ ਗੀਤਾ ਕਾਲੇ ਰੰਗ ਦੀ ਖੂਬਸੂਰਤ ਗਾਊਨ ਜਿਹੀ ਪਾ ਹੱਥ ਵਿੱਚ ਛੋਟਾ ਬੈਗ ਲਟਕਾਈ ਪੌੜੀਆਂ ਉਤਰ ਰਹੀ ਸੀ। ਦਿਲਰਾਜ ਦੀਆਂ ਨਜ਼ਰਾਂ ਜਦੋਂ ਉਸ ਨਾਲ ਮਿਲੀਆਂ ਤਾਂ ਉਸ ਦੇ ਚਿਹਰੇ ਤੇ ਸੋਹਣੀ ਜਿਹੀ ਮੁਸਕਾਨ ਫੈਲ ਗਈ। ਦਿਲਰਾਜ ਦਾ ਦਿਲ ਜ਼ੋਰ-ਜ਼ੋਰ ਨਾਲ ਵੱਜਣ ਲੱਗਾ। ਰਾਤ ਦੇ ਹਨੇਰੇ ਵਿੱਚ ਤਾਂ ਬਹੁਤਾ ਇੱਕ ਦੂਜੇ ਨੂੰ ਸਾਫ਼ ਦੇਖ ਨਹੀਂ ਸਕੇ ਸਨ, ਪਰ ਹੁਣ ਦੋਵਾਂ ਦੀ ਖੂਬਸੂਰਤੀ ਇੱਕ ਦੂਜੇ ਦੇ ਦਿਲਾਂ ਵਿੱਚ ਹਲਚਲ ਪੈਦਾ ਕਰ ਗਈ। ਸੇਠ ਨੇ ਆਉਂਦਿਆਂ ਚਿਹਰੇ ਤੇ ਮੁਸਕਰਾਹਟ ਲਿਆ ਕੇ ਦਿਲਰਾਜ ਨੂੰ ਪੁੱਛਿਆ, क्या गाड़ी तैयार है दिलराज? और हाँ, पहले हमारी प्यारी सी बिटिया को हैप्पी बर्थडे बोलो, आज उसका जन्मदिन है। दिलराज ने एकदम गीता वाल देखा ते बोलिया, ओ मैडम जी, आपने कल बताया नहीं कि आज आपका जन्मदिन है। ओ क्या कहते हैं हैप्पी बर्थडे मैडम जी, ਵਧਾਈਆਂ जन्मदिन दियाँ। गीता ने थैंक यू कहंदियां नीवीं पा लई। ਵਿੱਚੋਂ ਸੇਠ ਦੀ ਘਰਵਾਲੀ ਟੋਕਦਿਆਂ ਬੋਲੀ, ਇਹ ਵਧਾਈਆਂ ਕਿਆ ਹੈ ਦਿਲਰਾਜ? ਇਸ ਤੋਂ ਪਹਿਲਾਂ ਕਿ ਦਿਲਰਾਜ ਕੁਝ ਬੋਲਦਾ ਸੇਠ ਬੋਲ ਪਿਆ, ਵਧਾਈਆਂ ਮਤਲਬ ਵਧਾਈ ਹੋ, ਜੋ ਹਮ ਕਹਤੇ हैं मतलब ਮੁਬਾਰਕ ਹੋ। ਦਿਲਰਾਜ ਉਹਨਾਂ ਨੂੰ ਲੈ ਕੇ ਗੱਡੀ ਵਿੱਚ ਆ ਗਿਆ। ਸਾਰੇ ਗੱਡੀ ਵਿੱਚ ਬੈਠੇ ਤਾਂ ਦਿਲਰਾਜ ਨੇ ਪੁੱਛਿਆ, वैसे सेठ जी चलना कहाँ है? नाले हमारी मैडम जी का जन्मदिन है, कोई पार्टी पुर्टी नहीं करनी क्या? पार्टी ही तो करनी है दिलराज। सेठ ने बेटी दियां गल्लां ते दोवें हत्थां दी शोह दिंदियां कहा, ले चलो दिलराज किसी अच्छे से रेस्टोरेंट या स्थान पर। जगह तुम्हारी पसंद की और पार्टी बिटिया की पसंद की और खर्चा हमारा, जो भी हो। ਦਿਲਰਾਜ ਨੇ ਇੱਕ ਪਿਆਰ ਭਰੀ ਮੁਸਕਾਨ ਨਾਲ ਗੀਤਾ ਵੱਲ ਤੱਕਿਆ। ਗੀਤਾ ਨੇ ਵੀ ਨਜ਼ਰ ਮਿਲਦਿਆਂ ਨੀਵੀਂ ਪਾ ਲਈ। ਚੰਡੀਗੜ੍ਹ ਦੇ ਇੱਕ ਬਹੁਤ ਹੀ ਆਲੀਸ਼ਾਨ ਰੈਸਟੋਰੈਂਟ ਵਿੱਚ ਇੱਕ ਫੈਮਿਲੀ ਹਾਲ ਬੁੱਕ ਕੀਤਾ ਗਿਆ। ਕੇਕ ਅਤੇ ਹਰ ਚੀਜ਼ ਦਾ ਇੰਤਜ਼ਾਮ ਕਰ ਦਿੱਤਾ ਗਿਆ। ਅਨਾਉਂਸਮੈਂਟ ਕਰਕੇ ਰੈਸਟੋਰੈਂਟ ਦੇ ਸਾਰੇ ਗ੍ਰਾਹਕਾਂ ਨੂੰ ਵੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ। ਖੂਬ ਨਾਚ ਗਾਣਾ ਤੇ ਮਸਤੀ ਹੋਈ। ਸੇਠ ਵੱਲੋਂ ਖੁੱਲ੍ਹਾ ਖਰਚ ਕੀਤਾ ਗਿਆ। ਗੀਤਾ, ਦਿਲਰਾਜ ਅਤੇ ਸਭ ਲਈ ਇਹ ਪਾਰਟੀ ਯਾਦਗਾਰ ਹੋ ਨਿਬੜੀ। ਅਗਲੇ 2 ਦਿਨ ਉਹ ਚੰਡੀਗੜ੍ਹ ਦੀ ਖੂਬਸੂਰਤੀ ਨੂੰ ਯਾਦਗਾਰੀ ਬਣਾਉਂਦੇ ਰਹੇ। ਝੀਲ, ਬਾਗ ਅਤੇ ਹੋਰ ਰੌਣਕ ਮੇਲੇ, ਸ਼ਾਪਿੰਗ, ਸੈਰ ਆਦਿ ਵਿੱਚ ਦਿਲਰਾਜ ਅਤੇ ਗੀਤਾ ਦੀ ਮੁਹੱਬਤ ਜਵਾਨ ਹੁੰਦੀ ਰਹੀ। ਜਦੋਂ ਕਦੀ ਵੀ ਮੌਕਾ ਮਿਲਦਾ ਤਾਂ ਉਹ ਹੱਥੋਂ ਜਾਣ ਨਾ ਦਿੰਦੇ। ਸਾਰਾ ਚੰਡੀਗੜ੍ਹ ਘੁੰਮਣ ਦਾ ਆਨੰਦ ਇੱਕ ਪਾਸੇ ਅਤੇ ਗਲਵੱਕੜੀ ਦਾ ਆਨੰਦ ਇੱਕ ਪਾਸੇ। 2 ਦਿਨਾਂ ਬਾਅਦ ਉਹਨਾਂ ਰੁਖ ਸ਼ਿਮਲਾ ਦਾ ਕੀਤਾ। ਇੱਥੇ ਪਹੁੰਚ ਕੇ ਗਰਮੀ ਤੋਂ ਥੋੜ੍ਹੀ ਨਿਜਾਤ ਮਿਲੀ। ਅਗਲਾ ਦਿਨ ਉਹਨਾਂ ਸ਼ਿਮਲੇ ਦੀਆਂ ਖੂਬਸੂਰਤ ਫਿਜ਼ਾਵਾਂ ਵਿੱਚ ਬਿਤਾਇਆ। ਉਸ ਤੋਂ ਬਾਅਦ ਉਹ 1 ਦਿਨ ਕੁਫਰੀ ਅਤੇ ਫਿਰ 1 ਦਿਨ ਚੈਲ ਰਹੇ ਅਤੇ ਫਿਰ ਮਨੀਕਰਨ, ਕੁੱਲੂ ਮਨਾਲੀ, ਰੋਹਤਾਂਗ ਅਤੇ ਹਿਮਾਚਲ ਦੇ ਹਰ ਛੋਟੇ ਵੱਡੇ ਪਿਕਨਿਕ ਸਪਾਟ 'ਚ ਘੁੰਮਦੇ ਰਹੇ। ਫਿਰ ਚੰਬਾ, ਖਜਿਆਰ ਘੁੰਮ ਕੇ ਆਖਰੀ ਸਟੇ ਡਲਹੌਜ਼ੀ ਕੀਤਾ। ਇੱਥੇ ਅਤੇ ਨਜ਼ਦੀਕ ਦੀਆਂ ਖੂਬਸੂਰਤ ਵਾਦੀਆਂ ਨੇ ਉਹਨਾਂ ਦਾ ਐਸਾ ਦਿਲ ਮੋਹਿਆ ਕਿ ਆਖਰੀ 4 ਦਿਨ ਉਹ ਡਲਹੌਜ਼ੀ ਵਿੱਚ ਹੀ ਬਿਤਾਏ। ਇੱਕ ਦਿਨ ਜਦੋਂ ਸੇਠ ਤੇ ਸੇਠ ਦੀ ਘਰਵਾਲੀ ਹੋਟਲ ਵਿੱਚ ਆਰਾਮ ਕਰ ਰਹੇ ਸਨ ਤਾਂ ਦਿਲਰਾਜ ਅਤੇ ਗੀਤਾ ਪੈਦਲ ਹੀ ਇੱਥੋਂ ਦੇ ਬਾਜ਼ਾਰਾਂ ਵਿੱਚ ਘੁੰਮਣ ਨਿਕਲ ਗਏ। ਦੋਵੇਂ ਇੱਕ ਦੂਜੇ ਨੂੰ ਜਾਂਦੀ ਵਾਰ ਦੇ ਨਿਸ਼ਾਨੀ ਵਜੋਂ ਤੋਹਫੇ ਦੇਣਾ ਚਾਹੁੰਦੇ ਸਨ। ਬਾਜ਼ਾਰ ਵਿੱਚ ਖੂਬਸੂਰਤ ਦੁਕਾਨਾਂ ਸੈਲਾਨੀਆਂ ਲਈ ਤੋਹਫਿਆਂ ਨਾਲ ਸਜੀਆਂ ਭਰੀਆਂ ਸਨ। ਦਿਲਰਾਜ ਨੇ ਇੱਕ ਤਾਜ ਮਹਿਲ ਦਾ ਛੋਟਾ ਮਾਡਲ ਗੀਤਾ ਨੂੰ ਤੋਹਫੇ ਵਜੋਂ ਦਿੱਤਾ। ਗੀਤਾ ਨੇ ਇੱਕ ਵੱਡੀ ਪਿੱਤਲ ਦੀ ਘੰਟੀ ਦਿਲਰਾਜ ਨੂੰ ਦਿੱਤੀ।
ਇਹ ਘੰਟੀ ਇਸ ਤਰ੍ਹਾਂ ਦੀ ਸੀ ਜਿਵੇਂ ਕਿਸੇ ਮੰਦਰ ਵਿੱਚ ਪ੍ਰਵੇਸ਼ ਦੁਆਰ ਤੇ ਟੱਲ ਲੱਗੇ ਹੁੰਦੇ ਹਨ। ਇਸ ਦੇ ਇੱਕ ਵਾਰ ਵੱਜਣ ਤੋਂ ਹੀ ਇਸ ਦੀ ਗੂੰਜ ਕਿੰਨੀ ਦੇਰ ਬਾਅਦ ਸ਼ਾਂਤ ਹੁੰਦੀ ਸੀ। ਆਖਿਰ ਉਹ ਦਿਨ ਆ ਹੀ ਗਿਆ ਜਿਸ ਦਿਨ ਉਹਨਾਂ ਨੇ ਵਾਪਸ ਜਾਣਾ ਸੀ। ਦੇਰ ਸ਼ਾਮ ਦੀ ਫਲਾਈਟ ਅੰਮ੍ਰਿਤਸਰ ਤੋਂ ਸੀ। ਸੇਠ ਹੋਣਾ ਵੀ ਇੱਕ ਦਿਨ ਪਹਿਲਾਂ ਹੀ ਜੋ ਸ਼ਾਪਿੰਗ ਕਰਨੀ ਸੀ ਕਰ ਲਈ ਸੀ ਅਤੇ ਸਮਾਨ ਪੈਕ ਕਰਕੇ ਤਿਆਰੀ ਕਰ ਰੱਖੀ ਸੀ। ਸਵੇਰੇ ਸਵਖਤੇ ਹੀ ਉਹ ਡਲਹੌਜ਼ੀ ਤੋਂ ਅੰਮ੍ਰਿਤਸਰ ਲਈ ਚੱਲ ਪਏ। ਸਭ ਚੁੱਪ ਸਨ, ਕੋਈ ਗੱਲ ਨਹੀਂ ਸੀ ਕਰ ਰਿਹਾ। ਦਿਲਰਾਜ ਅਤੇ ਗੀਤਾ ਨੇ ਇੱਕ ਦੂਜੇ ਤੋਂ ਵਿਛੜਨ ਦਾ ਗਮ ਸਤਾ ਰਿਹਾ ਸੀ। ਦਿਲਰਾਜ ਦਾ ਮਨ ਭਰਿਆ ਹੋਇਆ ਸੀ। ਬਸ ਹੰਝੂਆਂ ਨੂੰ ਜਿਵੇਂ ਕਿਵੇਂ ਰੋਕ ਵਿਚਾਰਾ ਜਜ਼ਬਾਤੀ ਹੋਇਆ ਬੈਠਾ ਗੱਡੀ ਚਲਾਉਣ ਦਾ ਆਪਣਾ ਕਰਮ ਨਿਭਾ ਰਿਹਾ ਸੀ। ਗੀਤਾ ਵੀ ਕੁਝ ਕਹਿਣ ਤੋਂ ਅਸਮਰਥ ਬੈਠੀ ਸੀ। ਕੁਝ ਦਿਨ ਪਹਿਲਾਂ ਹੀ ਸਿਰਜੀ ਇਹ ਮੁਹੱਬਤ ਦੀ ਸਵਰਗਾਂ ਵਰਗੀ ਦੁਨੀਆ ਤੋਂ ਉਹ ਅਚਾਨਕ ਦੂਰ ਹੋਣ ਲੱਗੀ ਸੀ। ਸੇਠ ਅਤੇ ਉਸ ਦੀ ਘਰਵਾਲੀ ਸਾਰੀਆਂ ਗੱਲਾਂ ਤੋਂ ਬੇਖਬਰ, ਥੱਕੇ ਛੁੱਟੀਆਂ ਖਤਮ ਹੋਣ ਅਤੇ ਮੁੜ ਕੇ ਉਹੀ ਕੰਮਕਾਜੀ ਦੁਨੀਆ ਵਿੱਚ ਗੁਆਚਣ ਦੇ ਛੋਟੇ ਜਿਹੇ ਗਮ ਨੂੰ ਆਪਣੇ ਦਿਲ ਤੇ ਲੈਣ ਦਾ ਦਰਦ ਭਰਿਆ ਆਨੰਦ ਲੈ ਰਹੇ ਸਨ। ਆਖਰ ਚੁੱਪ ਨੂੰ ਤੋੜਦਿਆਂ ਸੇਠ ਜੀ ਬੋਲੇ, ਕਿਉਂ ਭਈ, ਸਭ ਲੋग ਚੁੱਪ ਕਿਉਂ बैठे हो? लंबा सफ़र है, इसे बोरिंग तो मत करो। दिलराज कोई गाना वगैरह ही लगा लो। दिलराज ने सेठ ਵੱਲ ਧਿਆਨ ਦਿੰਦਿਆਂ ਰੀਲਾਂ ਨੂੰ ਫਰੋਲਦਿਆਂ ਕਿਹਾ, क्या सुनोगे सेठ जी, पंजाबी के हिंदी? कुछ भी लगा लो, सेठ ने उबासी लेंदਿਆਂ ਕਿਹਾ। हाँ हिंदी है, तुम्हारे पास कोई कुछ पुराना हमारे ज़माने का? दिलराज ने एक कैस्ट कढ़ के डैक विच पाउंदियां कहा, ये नवी लई सी शिमले तो। इसमें पुराने रफ़ी, किशोर, मुकेश और लता के गाने हैं, बाकी देखते हैं लगाकर। कहंदियां गीत चालू कर दिते। ਪਹਿਲਾ ਹੀ ਗੀਤ ਮੁਹੰਮਦ ਰਫੀ ਦੀ ਆਵਾਜ਼ ਵਿੱਚ ਸ਼ੁਰੂ ਹੋਇਆ। परदेसियों को है एक दिन जाना, परदेसियों से अखियां मिलाना। ਦਿਲਰਾਜ ਦੀ ਮੱਲੋ ਮੱਲੀ ਨਜ਼ਰ ਗੀਤਾ ਤੇ ਪਈ। ਉਹ ਵੀ ਦਿਲਰਾਜ ਵੱਲ ਹੀ ਦੇਖ ਰਹੀ ਸੀ। ਨਜ਼ਰ ਮਿਲਾਉਂਦਿਆਂ ਹੀ ਉਸ ਦੇ ਚੁੱਪਚਾਪ ਅਤੇ ਸ਼ਾਂਤ ਜਿਹੇ ਅਥਰੂ ਵਗ ਤੁਰੇ। ਦਿਲਰਾਜ ਨੇ ਇੱਕਦਮ ਧਿਆਨ ਸੜਕ ਤੇ ਟਿਕਾ ਲਿਆ, ਪਰ ਜਿਵੇਂ ਜਿਵੇਂ ਗੀਤ ਅੱਗੇ ਵਧਦਾ ਗਿਆ ਉਹ ਵੀ ਆਪਣੇ ਹੰਝੂ ਨਾ ਰੋਕ ਸਕਿਆ। ਇਸ ਤੋਂ ਬਾਅਦ ਅਗਲਾ ਗੀਤ ਅਤੇ ਫਿਰ मेरे काम की नहीं, मेरे काम की नहीं, ये दुनिया, ये महफिल मेरे काम की नहीं, मेरे काम की नहीं। ਗੱਲ ਕੀ ਇੱਕ ਤੋਂ ਬਾਅਦ ਇੱਕ ਗੀਤ ਦੋਹਾਂ ਨੂੰ ਹੰਝੂਆਂ ਦੇ ਗਹਿਰੇ ਸਾਗਰ ਵੱਲ ਧੱਕੀ ਲਈ ਜਾ ਰਹੇ ਸਨ।
ਸੇਠ ਦੀ ਘਰਵਾਲੀ ਸ਼ਾਇਦ ਸੌਂ ਗਈ ਸੀ ਅਤੇ ਸੇਠ ਵੀ ਅੱਖਾਂ ਬੰਦ ਕਰੀ ਗਾਣਿਆਂ ਦੇ ਸਵਾਦ ਵਿੱਚ ਗੁਆਚਾ ਬੈਠਾ ਸੀ। ਦਿਲਰਾਜ ਆਪਣੇ ਆਪ ਨੂੰ ਬਥੇਰਾ ਰੋਕ ਰਿਹਾ ਸੀ ਕਿ ਗੀਤਾ ਦੇ ਪਰਿਵਾਰ ਨੂੰ ਐਵੇਂ ਕੋਈ ਸ਼ੱਕ ਨਾ ਹੋ ਜਾਵੇ, ਪਰ ਹੰਝੂ ਸਨ ਕੇ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ ਸਨ। ਵਾਰ-ਵਾਰ ਅੱਖਾਂ ਪੂੰਝਦਿਆਂ ਉਸ ਦਾ ਰੁਮਾਲ ਗਹਿ-ਗੱਚ ਹੋ ਗਿਆ ਸੀ। ਲਗਭਗ ਇਹ ਹਾਲ ਗੀਤਾ ਦਾ ਵੀ ਸੀ। ਪਠਾਨਕੋਟ ਪਹੁੰਚ ਕੇ ਗੱਡੀ ਢਾਬੇ ਤੇ ਰੋਕੀ ਗਈ, ਜਿੱਥੇ ਨਾਸ਼ਤਾ ਕਰ ਅਗਲੀ ਮੰਜ਼ਲ ਵੱਲ ਰਵਾਨਾ ਹੋ ਗਏ। ਲੌਡੇ ਵੇਲੇ ਤੱਕ ਉਹ ਅੰਮ੍ਰਿਤਸਰ ਪਹੁੰਚੇ। ਫਲਾਈਟ ਰਾਤ ਨੂੰ ਸੀ, ਜਿਸ ਵਿੱਚ ਅਜੇ ਕਾਫੀ ਟਾਈਮ ਸੀ। ਗੀਤਾ ਨੇ ਦਰਬਾਰ ਸਾਹਿਬ ਨਹੀਂ ਦੇਖਿਆ ਸੀ, ਇਸ ਲਈ ਉਹ ਇੱਕ ਵਾਰ ਉੱਥੇ ਮੱਥਾ ਟੇਕਣ ਗਏ। ਉੱਥੇ ਲੰਗਰ ਛਕ ਉਹ ਜਲਿਆਂਵਾਲੇ ਬਾਗ ਵੀ ਗਏ ਅਤੇ ਫਿਰ ਸਿੱਧੇ ਏਅਰਪੋਰਟ ਆ ਗਏ। ਕਹਾਣੀ ਦਾ ਬਾਕੀ ਹਿੱਸਾ ਅਗਲੇ ਐਪੀਸੋਡ ਦੇ ਵਿੱਚ।